ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਸਾਰਿਆਂ ਦਾ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਜੀਤ ਕੋਡ ਦੇ ਵਿੱਚ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਫੰਕਸ਼ਨ ਦੀ ਸੈਕੰਡ ਕੈਟਾਗਰੀ ਬਾਰੇ, ਜੋ ਕਿ ਆ ਵਿਦ ਆਰਗੂਮੈਂਟਸ ਐਂਡ ਨੋ ਰਿਟਰਨ ਵੈਲਿਊ। ਸੋ ਪਿਛਲੀ ਵੀਡੀਓ ਦੇ ਵਿੱਚ ਅਸੀਂ ਫੰਕਸ਼ਨ ਦੀ ਫਸਟ ਕੈਟਾਗਰੀ ਕੀਤੀ ਸੀ, ਨੋ ਆਰਗੂਮੈਂਟਸ ਐਂਡ ਨੋ ਰਿਟਰਨ ਵੈਲਿਊ, ਤੇ ਇਸ ਵੀਡੀਓ ਦੇ ਵਿੱਚ ਅਸੀਂ ਫੰਕਸ਼ਨ ਦੀ ਸੈਕੰਡ ਕੈਟਾਗਰੀ ਕਰਾਂਗੇ। ਸੋ ਇਸ ਵੀਡੀਓ ਦੇ ਵਿੱਚ ਅਸੀਂ ਜਿਹੜਾ ਪ੍ਰੋਗਰਾਮ ਰਾਈਟ ਕਰਾਂਗੇ ਉਹ ਹੋਵੇਗਾ ਕਿ ਅਸੀਂ ਯੂਜ਼ਰ ਦੇ ਕੋਲੋਂ ਇੱਕ ਨੰਬਰ ਲਵਾਂਗੇ ਤੇ ਉਸ ਨੰਬਰ ਦਾ ਅਸੀਂ ਟੇਬਲ ਪ੍ਰਿੰਟ ਕਰਾਵਾਂਗੇ ਵਿਦ ਦੀ ਹੈਲਪ ਆਫ ਫੰਕਸ਼ਨ ਕੈਟਾਗਰੀ ਨੰਬਰ 2, ਮੀਨਸ ਕਿ ਵਿਦ ਆਰਗੂਮੈਂਟਸ ਐਂਡ ਨੋ ਰਿਟਰਨ ਵੈਲਿਊ। ਸੋ ਬਿਨਾਂ ਟਾਈਮ ਵੇਸਟਿੰਗ ਦੇ ਵੀਡੀਓ ਨੂੰ ਸਟਾਰਟ ਕਰਦੇ ਹਾਂ ਤੇ ਚੱਲਦੇ ਹਾਂ ਆਪਣੀ ਕੰਪਿਊਟਰ ਸਕਰੀਨ ਦੇ ਉੱਤੇ। ਸੋ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਆਪਣੀ ਕੰਪਿਊਟਰ ਸਕਰੀਨ ਦੇ ਉੱਤੇ ਆ ਚੁੱਕੇ ਹਾਂ। ਸੋ ਇਸ ਵੀਡੀਓ ਦੇ ਵਿੱਚ ਅਸੀਂ ਦੇਖਾਂਗੇ ਕੈਟਾਗਰੀ ਨੰਬਰ 2 ਫੰਕਸ਼ਨ ਦੀ ਵਿਦ ਆਰਗੂਮੈਂਟਸ ਨੋ ਰਿਟਰਨ ਵੈਲਿਊ। ਮੈਂ ਇੱਥੇ ਕਮੈਂਟ ਕ੍ਰੀਏਟ ਕਰ ਦਿੰਦਾ। ਸੋ ਬੇਸਿਕਲੀ ਹੁਣ ਅਸੀਂ ਇੱਕ ਫੰਕਸ਼ਨ ਕ੍ਰੀਏਟ ਕਰਨ ਜਾ ਰਹੇ ਹਾਂ ਜੋ ਕਿ ਯੂਜ਼ਰ ਦੇ ਦਿੱਤੇ ਹੋਏ ਨੰਬਰ ਦਾ ਟੇਬਲ ਸਾਨੂੰ ਸਾਡੀ ਆਊਟਪੁੱਟ ਸਕਰੀਨ ਦੇ ਉੱਤੇ ਪ੍ਰਿੰਟ ਕਰਵਾਵੇਗਾ। ਸੋ ਉਹ ਅਸੀਂ ਕਿਵੇਂ ਕਰ ਸਕਦੇ ਹਾਂ, ਜਿਵੇਂ ਤੁਸੀਂ ਕੈਟਾਗਰੀ ਦੀ ਹੈਡਿੰਗ ਦੇ ਵਿੱਚ ਦੇਖ ਸਕਦੇ ਹੋ ਕਿ ਵਿਦ ਆਰਗੂਮੈਂਟਸ ਸਾਨੂੰ ਸਾਡੇ ਮੇਨ ਫੰਕਸ਼ਨ ਦੇ ਵਿੱਚ ਯੂਜ਼ਰ ਦੇ ਕੋਲੋਂ ਵੈਲਿਊ ਲੈਣੀ ਪਵੇਗੀ ਤੇ ਫਿਰ ਅਸੀਂ ਆਪਣੇ ਫੰਕਸ਼ਨ ਨੂੰ ਕਾਲ ਕਰਵਾਵਾਂਗੇ, ਕਿਉਂਕਿ ਫਿਰ ਹੀ ਸਾਡਾ ਜਿਹੜਾ ਫੰਕਸ਼ਨ ਆ ਉਹ ਕੋਈ ਆਰਗੂਮੈਂਟ ਲੈ ਸਕੇਗਾ। ਸੋ ਸਭ ਤੋਂ ਪਹਿਲਾਂ ਅਸੀਂ ਆਪਣੇ ਮੇਨ ਫੰਕਸ਼ਨ ਦੇ ਵਿੱਚ ਇੱਕ ਇੰਟੀਜਰ ਡੇਟਾ ਟਾਈਪ ਦਾ ਵੇਰੀਏਬਲ ਡਿਕਲੇਅਰ ਕਰਾਂਗੇ ਜੋ ਕਿ ਹੋਏਗਾ num। ਸੋ ਇੱਥੇ ਅਸੀਂ ਲਿਖਾਂਗੇ printf ਪਲੀਜ਼ ਐਂਟਰ ਦੀ ਨੰਬਰ ਆਫ ਟੇਬਲ। ਸੋ ਅਸੀਂ ਯੂਜ਼ਰ ਦੇ ਕੋਲੋਂ ਪੁੱਛਾਂਗੇ ਕਿ ਤੁਸੀਂ ਕਿਸ ਨੰਬਰ ਦਾ ਟੇਬਲ ਪ੍ਰਿੰਟ ਕਰਾਉਣਾ ਚਾਹੁੰਦੇ ਹੋ, ਤਾਂ ਅਸੀਂ ਇੱਥੇ ਸਕੈਨਫ ਲਗਾ ਦੇਵਾਂਗੇ ਤੇ ਪਰਸੈਂਟੇਜ ਡੀ ਕਰ ਦੇਵਾਂਗੇ ਤੇ ਐਡਰੈਸ ਆਫ ਨਮ ਦੇ ਉੱਪਰ ਜਿਹੜੀ ਯੂਜ਼ਰ ਨੇ ਵੈਲਿਊ ਦਿੱਤੀ ਹੈ ਉਸ ਨੂੰ ਸਟੋਰ ਕਰਵਾ ਦੇਵਾਂਗੇ। ਸੋ ਇਹ ਅਸੀਂ ਯੂਜ਼ਰ ਦੇ ਕੋਲੋਂ ਵੈਲਿਊ ਤਾਂ ਲੈ ਲਈ ਕਿ ਯੂਜ਼ਰ ਕਿਸ ਨੰਬਰ ਦਾ ਟੇਬਲ ਆਊਟਪੁੱਟ ਦੇ ਵਿੱਚ ਸ਼ੋਅ ਕਰਵਾਉਣਾ ਚਾਹੁੰਦਾ ਹੈ। ਸੋ ਹੁਣ ਅਸੀਂ ਆਪਣਾ ਜਿਹੜਾ ਫੰਕਸ਼ਨ ਆ ਉਸ ਨੂੰ ਡਿਕਲੇਅਰ ਕਰਾਂਗੇ, ਜਿਵੇਂ ਕਿ ਇੱਥੇ ਆ ਵਿਦ ਆਰਗੂਮੈਂਟਸ, ਤੇ ਅਸੀਂ ਜਿਹੜਾ ਨੰਬਰ ਆਪਣੇ ਫੰਕਸ਼ਨ ਦੇ ਵਿੱਚ ਪਾਸ ਕਰਨਾ ਹੈ ਉਹ ਹੈ ਇੰਟੀਜਰ ਟਾਈਪ ਦਾ, ਠੀਕ ਹੈ। ਬਟ ਇੱਥੇ ਹੈਡਿੰਗ ਦੇ ਵਿੱਚ ਦਿੱਤਾ ਹੋਇਆ ਨੋ ਰਿਟਰਨ ਵੈਲਿਊ, ਮੀਨਸ ਕਿ ਸਾਡਾ ਜਿਹੜਾ ਫੰਕਸ਼ਨ ਹੈ ਕੋਈ ਵੀ ਵੈਲਿਊ ਰਿਟਰਨ ਨਹੀਂ ਕਰੇਗਾ। ਤੇ ਜਦ ਅਸੀਂ ਕੋਈ ਵੀ ਵੈਲਿਊ ਆਪਣੇ ਫੰਕਸ਼ਨ ਦੇ ਕੋਲੋਂ ਰਿਟਰਨ ਨਾ ਕਰਵਾਉਣੀ ਹੋਵੇ ਤਾਂ ਅਸੀਂ ਜਿਹੜੀ ਰਿਟਰਨ ਟਾਈਪ ਆਪਣੇ ਫੰਕਸ਼ਨ ਵਾਸਤੇ ਯੂਜ਼ ਕਰਦੇ ਹਾਂ ਉਹ ਹੈ void ਡੇਟਾ ਟਾਈਪ ਅਸੀਂ ਲਿਖਾਂਗੇ ਆਪਣੇ ਫੰਕਸ਼ਨ ਦੀ। ਇਸ ਤੋਂ ਬਾਅਦ ਅਸੀਂ ਆਪਣੇ ਫੰਕਸ਼ਨ ਦਾ ਨੇਮ ਲਿਖਾਂਗੇ, ਟੇਬਲ ਹੀ ਲਿਖਾਂਗੇ। ਇਸ ਤੋਂ ਬਾਅਦ ਜਿਵੇਂ ਕਿ ਅਸੀਂ ਚਾਹੁੰਦੇ ਹਾਂ ਇੱਕ ਇੰਟੀਜਰ ਡੇਟਾ ਟਾਈਪ ਦਾ ਵੇਰੀਏਬਲ ਆਪਣੇ ਇਸ ਟੇਬਲ ਫੰਕਸ਼ਨ ਦੇ ਅੰਦਰ ਪਾਸ ਕਰਵਾਉਣਾ, ਸੋ ਅਸੀਂ ਇੱਥੇ ਇੰਟ ਲਿਖ ਦੇਵਾਂਗੇ। ਸੋ ਇਹ ਅਸੀਂ ਆਪਣੇ ਫੰਕਸ਼ਨ ਨੂੰ ਡਿਕਲੇਅਰ ਕਰ ਦਿੱਤਾ, ਠੀਕ ਹੈ। ਟੇਬਲ ਇੱਕ void ਰਿਟਰਨ ਟਾਈਪ ਦਾ ਫੰਕਸ਼ਨ ਹੈ ਜੋ ਕਿ ਇੱਕ ਇੰਟੀਜਰ ਟਾਈਪ ਦੀ ਵੈਲਿਊ ਨੂੰ ਐਕਸੈਪਟ ਕਰਦਾ ਹੈ, ਠੀਕ ਹੈ। ਸੋ ਹੁਣ ਅਸੀਂ ਆਪਣੇ ਫੰਕਸ਼ਨ ਨੂੰ ਡਿਕਲੇਅਰ ਤਾਂ ਕਰ ਦਿੱਤਾ। ਸੋ ਹੁਣ ਅਸੀਂ ਆਪਣੇ ਮੇਨ ਫੰਕਸ਼ਨ ਤੋਂ ਬਾਹਰ ਆਪਣੇ ਫੰਕਸ਼ਨ ਨੂੰ ਡਿਫਾਈਨ ਕਰਾਂਗੇ। ਡਿਫਾਈਨ ਕਰਨ ਵਾਸਤੇ ਅਸੀਂ ਸਭ ਤੋਂ ਪਹਿਲਾਂ ਆਪਣੇ ਫੰਕਸ਼ਨ ਦੀ ਡੇਟਾ ਟਾਈਪ ਲਿਖਦੇ ਹਾਂ, ਉਸ ਤੋਂ ਬਾਅਦ ਫੰਕਸ਼ਨ ਦਾ ਨੇਮ ਸੇਮ ਹੀ, ਉਸ ਤੋਂ ਬਾਅਦ ਅਸੀਂ ਇੱਥੇ ਇੱਕ ਫਾਰਮਲ ਆਰਗੂਮੈਂਟ ਕ੍ਰੀਏਟ ਕਰਦੇ ਹਾਂ ਇੰਟ ਟੀ, ਓਕੇ। ਇਸ ਤੋਂ ਬਾਅਦ ਅਸੀਂ ਸੈਮੀਕੋਲਨ ਨਹੀਂ ਲਗਾਉਂਦੇ। ਬਾਕੀ ਜੇ ਤੁਹਾਨੂੰ ਫਾਰਮਲ ਆਰਗੂਮੈਂਟ ਤੇ ਐਕਚੁਅਲ ਆਰਗੂਮੈਂਟਸ ਦੇ ਬਾਰੇ ਨਹੀਂ ਪਤਾ ਤਾਂ ਉਸ ਦੇ ਉੱਤੇ ਮੈਂ ਆਲਰੇਡੀ ਵੀਡੀਓ ਬਣਾ ਚੁੱਕਾ, ਤੁਸੀਂ ਆਈ ਬਟਨ ਤੇ ਕਲਿੱਕ ਕਰਕੇ ਦੇਖ ਸਕਦੇ ਹੋ। ਸੋ ਹੁਣ ਅਸੀਂ ਜਿਹੜੀ ਯੂਜ਼ਰ ਨੇ ਸਾਨੂੰ ਵੈਲਿਊ ਮੀਨਸ ਕਿ ਇਹ ਨਮ ਦਿੱਤਾ ਹੋਇਆ ਵਾ, ਇਸ ਤੋਂ ਅਸੀਂ ਇੱਕ ਟੇਬਲ ਕ੍ਰੀਏਟ ਕਰਨਾ ਹੈ, ਠੀਕ ਹੈ। ਸੋ ਫੁੱਲ ਫਲੈਟ ਟੇਬਲ 1 to 10 ਤੱਕ ਉਹ ਅਸੀਂ ਕਿਵੇਂ ਕਰਾ ਸਕਦੇ ਹਾਂ। ਸੋ ਅਸੀਂ ਇੱਥੇ ਇੱਕ ਫੋਰ ਲੂਪ ਦੀ ਮਦਦ ਲਵਾਂਗੇ। ਸਭ ਤੋਂ ਪਹਿਲਾਂ ਮੈਂ ਆਪਣਾ ਫੋਰ ਲੂਪ ਰਾਈਟ ਕਰਦਾ, ਫਿਰ ਤੁਹਾਨੂੰ ਐਕਸਪਲੇਨ ਕਰਦਾ ਕਿ ਅਸੀਂ ਇਹ ਫੋਰ ਲੂਪ ਕਿਵੇਂ ਲਗਾਇਆ ਹੋਇਆ। ਸੋ ਮੈਂ ਆਪਣਾ ਜਿਹੜਾ ਫੰਕਸ਼ਨ ਆ ਉਸ ਨੂੰ ਕ੍ਰੀਏਟ ਕਰ ਲਿਆ ਹੋਇਆ, ਫੋਰ ਲੂਪ ਲਗਾ ਦਿੱਤਾ ਹੋਇਆ। ਸੋ ਹੁਣ ਮੈਂ ਤੁਹਾਨੂੰ ਐਕਸਪਲੇਨ ਕਰਦਾ ਕਿ ਇਹ ਬੇਸਿਕਲੀ ਫੋਰ ਲੂਪ ਮੈਂ ਕਿਉਂ ਲਗਾਇਆ ਹੋਇਆ। ਸੋ ਸਪੋਜ਼ ਕਰੋ ਕਿ ਅਸੀਂ 3 ਦਾ ਟੇਬਲ
ਪ੍ਰਿੰਟ ਕਰਵਾਉਣਾ ਹੈ ਤਾਂ 3 1s ਦਾ 3, 3 2s ਦਾ 6, 3 3 ਦਾ 9 ਐਂਡ ਸੋ ਔਨ 10 ਤੱਕ। ਠੀਕ ਹੈ, ਸੋ ਹੁਣ ਜਰਾ ਬਰੀਫਲੀ ਤਰੀਕੇ ਦੇ ਨਾਲ ਦੇਖਦੇ ਹਾਂ ਕਿ ਇਹ ਜਿਹੜਾ ਸਾਡਾ ਫੋਰ ਲੂਪ ਆ ਇਹ ਕੰਮ ਕਿਵੇਂ ਕਰੇਗਾ। ਤੇ ਜਦ ਮੈਂ ਤੁਹਾਨੂੰ ਐਕਸਪਲੇਨ ਕਰਾਂਗਾ ਤਾਂ ਤੁਹਾਨੂੰ ਪੂਰੀ ਕਲੈਰਿਟੀ ਹੋ ਜਾਵੇਗੀ ਕਿ ਇਹ ਜਿਹੜਾ ਸਾਡਾ ਟੇਬਲ ਆ ਇਹ ਪ੍ਰਿੰਟ ਕਿਵੇਂ ਕਰੇਗਾ ਇਹ ਫੋਰ ਲੂਪ। ਤੋਂ ਪਹਿਲਾਂ i is equals to 1 ਆ, ਸੋ ਸਾਡਾ ਜਿਹੜਾ ਫੋਰ ਲੂਪ ਆ ਸਟਾਰਟ ਹੋਵੇਗਾ i is equals to 1 ਤੋਂ। ਕੰਡੀਸ਼ਨ ਚੈੱਕ ਹੋਵੇਗੀ, ਕੰਡੀਸ਼ਨ ਕੀ ਆ, i is less than 10। ਕੰਡੀਸ਼ਨ ਇੱਥੇ ਟਰੂ ਆ ਕਿ i 1 ਆ ਤੇ 10 ਤੋਂ ਛੋਟਾ ਵਾ। ਸੋ ਹੁਣ ਸਾਡਾ ਜਿਹੜਾ ਪ੍ਰੋਗਰਾਮ ਆ ਉਹ ਇਸ ਫੋਰ ਲੂਪ ਦੇ ਬਲੌਕ ਨੂੰ ਐਗਜ਼ੀਕਿਊਟ ਕਰੇਗਾ। ਇਸ ਫੋਰ ਲੂਪ ਦੇ ਬਲੌਕ ਦੇ ਵਿੱਚ ਅਸੀਂ ਕੀ ਲਿਖਿਆ ਹੋਇਆ ਹੈ ਕਿ printf ਕਰਵਾਓ %d ਇਨਟੂ ਸਾਈਨ। ਇਹ ਸਾਰਾ ਅਸੀਂ ਮੈਸੇਜ ਡਬਲ ਕੋਟਸ ਦੇ ਵਿੱਚ ਲਿਖਿਆ ਹੋਇਆ। ਸੋ ਹੁਣ ਇਸ ਮੈਸੇਜ ਨੂੰ ਸਮਝ ਲੈਂਦੇ ਆ ਕਿ ਇਹ ਪ੍ਰਿੰਟ ਕਿਵੇਂ ਹੋਏਗਾ। ਸਭ ਤੋਂ ਪਹਿਲਾਂ t ਦੀ ਵੈਲਿਊ ਇੱਥੇ ਸ਼ੋ ਹੋਵੇਗੀ ਇਸ ਫਸਟ ਵਾਲੇ %d ਦੇ ਉੱਤੇ। t ਕੀ ਆ, ਜਿਹੜਾ ਕਿ ਯੂਜ਼ਰ ਨੇ ਸਾਨੂੰ ਆਪਣੇ ਮੇਨ ਫੰਕਸ਼ਨ ਦੇ ਵਿੱਚ ਨੰਬਰ ਦਿੱਤਾ ਹੋਇਆ। ਠੀਕ ਹੈ, ਸੋ t ਦੀ ਵੈਲਿਊ ਇੱਥੇ ਸ਼ੋ ਹੋਵੇਗੀ। ਉਸ ਤੋਂ ਬਾਅਦ i ਦੀ ਵੈਲਿਊ ਸ਼ੋ ਹੋਵੇਗੀ। ਸੋ i ਕੀ ਆ, ਜਿੱਥੋਂ ਸਾਡਾ ਫੋਰ ਲੂਪ ਸਟਾਰਟ ਹੋਇਆ। ਸੋ i ਦੀ ਵੈਲਿਊ ਇਸ ਸੈਕਿੰਡ %d ਦੇ ਉੱਪਰ ਸ਼ੋ ਹੋਵੇਗੀ। ਇਸ ਤੋਂ ਬਾਅਦ ਜਿਹੜਾ ਅਸੀਂ ਇਕੁਅਲ ਟੂ ਤੋਂ ਬਾਅਦ %d ਲਗਾਇਆ ਵਾ ਉੱਥੇ ਕੀ ਸ਼ੋ ਹੋਵੇਗਾ, ਉੱਥੇ ਸ਼ੋ ਹੋਵੇਗਾ t ਇਨਟੂ i। t ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਹੜਾ ਸਾਨੂੰ ਯੂਜ਼ਰ ਨੇ ਦਿੱਤਾ ਹੋਇਆ, ਤੇ i ਜਿਹੜਾ ਸਾਡਾ ਫੋਰ ਲੂਪ ਸਟਾਰਟ ਹੋਇਆ। ਸੋ ਇਹ ਜਿਹੜਾ ਐਕਸਪ੍ਰੈਸ਼ਨ ਆ ਮੈਂ ਇੱਥੇ ਕਮੈਂਟ ਦੇ ਵਿੱਚ ਲਿਖਦਾ ਕਿ ਕੁਝ ਇਸ ਤਰ੍ਹਾਂ ਦਿਖੇਗਾ ਕਿ ਸਪੋਜ਼ ਕਰੋ ਕਿ ਸਾਨੂੰ ਯੂਜ਼ਰ ਨੇ ਵੈਲਿਊ ਦਿੱਤੀ ਹੋਈ ਆ 3 ਵੈਲਿਊ ਦਿੱਤੀ ਹੋਈ ਹੈ। ਸਭ ਤੋਂ ਪਹਿਲਾਂ t ਦੀ ਵੈਲਿਊ ਸ਼ੋ ਹੋਵੇਗੀ, ਇਸ ਤੋਂ ਬਾਅਦ ਮਲਟੀਪਲੀਕੇਸ਼ਨ ਦਾ ਸਾਈਨ ਐਜ਼ ਇਟ ਇਜ਼ ਸ਼ੋ ਹੋਵੇਗਾ, ਇਸ ਤੋਂ ਬਾਅਦ i ਦੀ ਵੈਲਿਊ ਸ਼ੋ ਹੋਵੇਗੀ। i ਕੀ ਆ ਇੱਥੇ 1, ਸੋ ਇਸ ਤੋਂ ਬਾਅਦ i 1, ਇਸ ਤੋਂ ਬਾਅਦ ਇਕੁਅਲਸ ਟੂ ਐਜ਼ ਇਟ ਇਜ਼ ਸ਼ੋ ਹੋਵੇਗਾ। ਇਸ ਤੋਂ ਬਾਅਦ t ਇਨਟੂ i ਮੀਨਸ ਕਿ 3 ਇਨਟੂ 1 ਇੱਥੇ ਇਸ ਦਾ ਆਨਸਰ ਸ਼ੋ ਹੋ ਜਾਵੇਗਾ। ਕੁਝ ਇਸ ਤਰ੍ਹਾਂ ਸਾਡਾ ਜਿਹੜਾ ਐਕਸਪ੍ਰੈਸ਼ਨ ਇਹ ਚੱਲੇਗਾ। ਇਹ ਐਕਸਪ੍ਰੈਸ਼ਨ ਚੱਲਣ ਤੋਂ ਬਾਅਦ ਟਰਨ ਆਵੇਗੀ ਸਾਡੇ i++ ਇਨਕਰੀਮੈਂਟ ਆਪਰੇਟਰ ਦੀ, ਤੇ ਇਹ ਇਨਕਰੀਮੈਂਟ i ਦੀ ਵੈਲਿਊ ਨੂੰ 1 + 1 ਕਰਕੇ 2 ਕਰ ਦੇਵੇਗਾ। ਫਿਰ ਕੰਡੀਸ਼ਨ ਚੈੱਕ ਹੋਵੇਗੀ, ਕੰਡੀਸ਼ਨ ਟਰੂ ਆ, ਫਿਰ ਇਹ printf ਐਗਜ਼ੀਕਿਊਟ ਹੋਵੇਗਾ। ਬਟ ਹੁਣ ਇੱਥੇ ਜਿਹੜੀ i ਦੀ ਵੈਲਿਊ ਆ ਉਹ ਪ੍ਰਿੰਟ ਹੋਵੇਗੀ 2, ਕਿਉਂਕਿ ਬਾਰ ਫੋਰ ਲੂਪ ਦੇ ਵਿੱਚ i ਦੀ ਵੈਲਿਊ 2 ਹੋ ਚੁੱਕੀ ਆ, ਤੇ 3 × 2 6 ਹੋ ਜਾਵੇਗਾ। ਸੋ ਇਸ ਤੋਂ ਬਾਅਦ ਇਹ ਐਕਸਪ੍ਰੈਸ਼ਨ ਪ੍ਰਿੰਟ ਹੋਣ ਤੋਂ ਬਾਅਦ ਸਾਡਾ ਜਿਹੜਾ ਸਲੈਸ਼ਨ ਐਗਜ਼ੀਕਿਊਟ ਹੋਵੇਗਾ। ਸਲੈਸ਼ਨ ਕੀ ਕਰੇਗਾ, ਇਹ ਜਿਹੜਾ ਆਪਰੇਸ਼ਨ ਪ੍ਰਿੰਟ ਹੋਇਆ ਵਾ ਇਸ ਤੋਂ ਜਿਹੜਾ ਨੈਕਸਟ ਆਪਰੇਸ਼ਨ ਪ੍ਰਿੰਟ ਹੋਣਾ ਵਾ ਉਹ ਨਿਊ ਲਾਈਨ ਦੇ ਵਿੱਚ ਪ੍ਰਿੰਟ ਕਰੇਗਾ। ਸੋ ਇਹ printf ਐਗਜ਼ੀਕਿਊਟ ਹੋਵੇਗਾ। ਇਸ ਤੋਂ ਬਾਅਦ ਫਿਰ i++ ਐਗਜ਼ੀਕਿਊਟ ਹੋਵੇਗਾ, ਤੇ ਇਹ i ਦੀ ਵੈਲਿਊ ਨੂੰ 2 + 1 3 ਕਰ ਦੇਵੇਗਾ। ਤੇ ਇਹ ਸਾਈਕਲ ਇਸ ਤਰ੍ਹਾਂ ਹੀ ਚੱਲਦਾ ਰਹੇਗਾ ਕਦੋਂ ਤੱਕ, ਜਦੋਂ ਤੱਕ i ਦੀ ਵੈਲਿਊ 11 ਨਹੀਂ ਹੋ ਜਾਂਦੀ ਇਸ i++ ਦੀ ਮਦਦ ਦੇ ਨਾਲ। ਜਦ ਹੀ i ਦੀ ਵੈਲਿਊ 11 ਹੋਵੇਗੀ ਤਾਂ ਜਿਹੜੀ ਕੰਡੀਸ਼ਨ ਹੈ ਫਾਲਸ ਹੋ ਜਾਵੇਗੀ, ਕਿਉਂਕਿ ਕੰਡੀਸ਼ਨ ਆ i is less than equals to 10, ਬਟ i ਦੀ ਵੈਲਿਊ ਵੱਡੀ ਹੋ ਚੁੱਕੀ ਆ i ਦੇ ਨਾਲੋਂ, ਮੀਨਸ ਕਿ 10 ਦੇ ਨਾਲੋਂ। ਸੋ ਇਸ ਕਰਕੇ ਇਹ ਜਿਹੜਾ ਫੋਰ ਲੂਪ ਬੰਦ ਹੋ ਜਾਵੇਗਾ ਤੇ ਇਹ 1 to 10 ਟੇਬਲ ਨੂੰ ਪ੍ਰਿੰਟ ਕਰਵਾ ਦੇਵੇਗਾ। ਇਸ ਟੇਬਲ ਨੂੰ ਜਿਹੜਾ ਵੀ ਸਾਨੂੰ ਯੂਜ਼ਰ ਨੇ ਨੰਬਰ ਦਿੱਤਾ ਹੋਇਆ, ਜਿਹੜਾ ਇੱਥੇ t ਦੇ ਵਿੱਚ ਅਸੀਂ ਆਪਣੇ ਮੇਨ ਫੰਕਸ਼ਨ ਦੇ ਵਿੱਚੋਂ ਪਾਸ ਕੀਤਾ ਹੋਇਆ। ਸੋ ਹੁਣ ਅਸੀਂ ਆਪਣੇ ਟੇਬਲ ਨੂੰ ਪ੍ਰਿੰਟ ਕਰਾਉਣ ਦਾ ਫੰਕਸ਼ਨ ਤਾਂ ਕ੍ਰੀਏਟ ਕਰ ਲਿਆ, ਬਟ ਅਸੀਂ ਆਪਣੇ ਮੇਨ ਫੰਕਸ਼ਨ ਦੇ ਵਿੱਚ ਹਲੇ ਇਸ ਨੂੰ ਕਾਲ ਨਹੀਂ ਕੀਤਾ। ਸੋ ਹੁਣ ਅਸੀਂ ਆਪਣੇ ਮੇਨ ਫੰਕਸ਼ਨ ਦੇ ਵਿੱਚ ਕਾਲ ਕਰਾਂਗੇ। ਜਦ ਤੱਕ ਅਸੀਂ ਆਪਣੇ ਮੇਨ ਫੰਕਸ਼ਨ ਦੇ ਵਿੱਚ ਆਪਣੇ ਫੰਕਸ਼ਨ ਨੂੰ ਕਾਲ ਨਹੀਂ ਕਰਾਂਗੇ ਤਦ ਤੱਕ ਸਾਡਾ ਜਿਹੜਾ ਫੰਕਸ਼ਨ ਆ ਉਹ ਕੰਮ ਨਹੀਂ ਕਰੇਗਾ, ਕਿਉਂਕਿ ਸਾਡਾ ਜਿਹੜਾ ਕੰਪਾਈਲਰ ਆ ਉਹ ਮੇਨ ਫੰਕਸ਼ਨ ਨੂੰ ਹੀ ਐਗਜ਼ੀਕਿਊਟ ਕਰਦਾ ਹੈ। ਸੋ ਹੁਣ ਮੈਂ ਆਪਣੇ ਫੰਕਸ਼ਨ ਨੂੰ ਆਪਣੇ ਮੇਨ ਫੰਕਸ਼ਨ ਦੇ ਵਿੱਚ ਕਾਲ ਕਰਾਂਗਾ ਟੇਬਲ। ਸੋ ਇੱਥੇ ਸਾਨੂੰ ਵਿਜ਼ੂਅਲ ਸਟੂਡੀਓ ਕੋਡ ਨੇ ਦੱਸ ਦਿੱਤਾ ਹੈ ਕਿ ਇਹ ਇੱਕ void ਰਿਟਰਨ ਟਾਈਪ ਦਾ ਫੰਕਸ਼ਨ ਆ ਜਿਸ ਨੂੰ ਇੱਕ ਇੰਟੀਜਰ ਡੇਟਾ ਦੀ ਜ਼ਰੂਰਤ ਆ, ਜਿਸ ਨੂੰ ਅਸੀਂ ਆਰਗੂਮੈਂਟ ਵੀ ਕਹਿ ਸਕਦੇ ਹਾਂ। ਸੋ ਹੁਣ ਅਸੀਂ ਇਸ ਦੇ ਵਿੱਚ ਨਮ ਵੇਰੀਏਬਲ ਦੇ ਵਿੱਚ ਜਿਹੜੀ ਵੈਲਿਊ ਪਈ ਆ ਉਸ ਨੂੰ ਪਾਸ ਕਰਵਾ ਦੇਵਾਂਗੇ। ਠੀਕ ਹੈ, ਸੋ ਇਹ ਜਿਹੜੀ ਵੈਲਿਊ ਆ ਇਹ ਐਕਚੁਅਲ ਆਰਗੂਮੈਂਟ ਆ, ਤੇ ਇਹ ਜਿਹੜੀ ਵੈਲਿਊ ਇਸ ਇੰਟ t ਦੇ ਉੱਪਰ ਕਾਪੀ ਹੋਵੇਗੀ ਜੋ ਕਿ ਸਾਡਾ ਫਾਰਮਲ ਆਰਗੂਮੈਂਟ ਆ, ਤੇ ਫਿਰ ਇਹ ਸਾਰਾ ਜਿਹੜਾ ਐਕਸਪ੍ਰੈਸ਼ਨ ਚੱਲੇਗਾ ਤੇ ਸਾਡਾ ਜਿਹੜਾ ਟੇਬਲ ਆ ਉਹ ਪ੍ਰਿੰਟ ਹੋ ਜਾਵੇਗਾ। ਸੋ ਇਹ ਹੈ ਸਾਡਾ ਕੈਟੇਗਰੀ ਨੰਬਰ 2 ਫੰਕਸ਼ਨ
ਵਿਦ ਆਰਗੂਮੈਂਟਸ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਅਸੀਂ ਇੱਕ ਆਰਗੂਮੈਂਟ ਇੱਥੇ ਪਾਸ ਕੀਤਾ ਹੋਇਆ ਹੈ ਬਟ ਨੋ ਰਿਟਰਨ ਟਾਈਪ ਬਟ ਨੋ ਰਿਟਰਨ ਵੈਲਿਊ। ਇਸ ਦੇ ਵਿੱਚ ਅਸੀਂ ਕੋਈ ਵੀ ਰਿਟਰਨ ਕੀਵਰਡ ਯੂਜ਼ ਨਹੀਂ ਕੀਤਾ ਹੋਇਆ, ਇਹ ਕੋਈ ਵੀ ਸਾਨੂੰ ਵੈਲਿਊ ਰਿਟਰਨ ਨਹੀਂ ਕਰ ਰਿਹਾ ਸਾਡਾ ਜਿਹੜਾ ਇਹ ਫੰਕਸ਼ਨ ਹੈ। ਸੋ ਹੁਣ ਸਾਡਾ ਇਹ ਪ੍ਰੋਗਰਾਮ ਆ ਇਹ ਐਗਜ਼ੀਕਿਊਟ ਹੋਣ ਵਾਸਤੇ ਰੈਡੀ ਆ, ਇਸ ਨੂੰ ਸੇਵ ਕਰਦੇ ਆ। ਸੋ ਹੁਣ ਆਪਣੇ ਇਸ ਪ੍ਰੋਗਰਾਮ ਨੂੰ ਐਗਜ਼ੀਕਿਊਟ ਕਰਦੇ ਆ ਤੇ ਦੇਖਦੇ ਆ ਕਿ ਸਾਡਾ ਜਿਹੜਾ ਟੇਬਲ ਆ ਉਹ ਪ੍ਰਿੰਟ ਹੋ ਰਿਹਾ ਜਾਂ ਨਹੀਂ ਹੋ ਰਿਹਾ। ਸੋ ਐਗਜ਼ੀਕਿਊਟ, ਸਾਡਾ ਪ੍ਰੋਗਰਾਮ ਐਗਜ਼ੀਕਿਊਟ ਹੋ ਰਿਹਾ। ਸੋ ਟਰਮੀਨਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆ ਰਿਹਾ ਪਲੀਜ਼ ਐਂਟਰ ਦੀ ਨੰਬਰ ਆਫ ਟੇਬਲ। ਮੈਂ 4 ਨੰਬਰ ਦਾ ਟੇਬਲ ਪ੍ਰਿੰਟ ਕਰਾਉਣਾ ਚਾਹੁੰਦਾ, ਸੋ ਐਂਟਰ ਤੇ ਮੈਂ ਕਲਿੱਕ ਕਰਨ ਜਾ ਰਿਹਾ। ਸੋ ਤੁਸੀਂ ਟਰਮੀਨਲ ਦੇ ਦੇਖ ਸਕਦੇ ਹੋ ਕਿ ਸਾਡੀ ਜਿਹੜੀ ਆਊਟਪੁੱਟ ਆ ਮੀਨਸ ਕਿ 4 ਦਾ ਜਿਹੜਾ ਟੇਬਲ ਆ ਉਹ 1 to 10 ਪ੍ਰਿੰਟ ਹੋ ਚੁੱਕਾ ਹੈ ਤੇ ਸਾਡਾ ਜਿਹੜਾ ਇਹ ਫੰਕਸ਼ਨ ਆ ਇਹ ਬਿਲਕੁਲ ਸਹੀ ਤਰੀਕੇ ਦੇ ਨਾਲ ਕੰਮ ਕਰ ਰਿਹਾ। ਸੋ ਮੈਂ ਹੋਪ ਕਰਦਾ ਕਿ ਤੁਹਾਨੂੰ ਇਹ ਸੈਕਿੰਡ ਕੈਟਾਗਰੀ ਵਾਲਾ ਫੰਕਸ਼ਨ ਵਿਦ ਆਰਗੂਮੈਂਟਸ ਤੇ ਨੋ ਰਿਟਰਨ ਵੈਲਿਊ ਦਾ ਕਨਸੈਪਟ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਬਾਕੀ ਜੇ ਤੁਹਾਨੂੰ ਵੀਡੀਓ ਇਨਫੋਰਮੇਟਿਵ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਜੇ ਕੋਈ ਵੀ ਕੁਐਸਚਨ ਹੋਵੇ ਤਾਂ ਨੀਚੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਤੇ ਇਸ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰ ਦਿਓ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਵੇਖਣ ਵਾਸਤੇ ਮੇਰੇ ਚੈਨਲ ਜੀਤ ਕੋਡ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਅਸੀਂ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।